हाँ जी बेटा, ਆਪਾਂ ਗੱਲ ਕਰ ਰਹੇ ਸੀ ਕਿ 0 ਤੇ R ਜਿਹੜੇ ਹੈਗੇ ਇਹ ਆਪਣੇ ਟ੍ਰੀਵੀਅਲ ਸਬਰਿੰਗਸ ਹੁੰਦੇ ਹੈਗੇ। ਇਫ S ਇਜ਼ ਅ ਸਬਰਿੰਗ ਆਫ R, ਕਲੀਅਰ। ਜੇ S R ਦਾ ਸਬਰਿੰਗ ਹੈ ਤਾਂ R ਨੂੰ ਆਪਾਂ ਕੀ ਕਹਾਂਗੇ, ਓਵਰ ਰਿੰਗ ਆਫ S, ਕਲੀਅਰ। ਦੈਨ ਆਲਸੋ ਵੀ ਕੈਨ ਕੋਲ R ਕੀ ਹੈਗਾ, S ਦਾ ਓਵਰ ਰਿੰਗ ਹੈਗਾ, ਠੀਕ ਹੈ। S R ਦਾ ਸਬਰਿੰਗ ਹੈ, R S ਦਾ ਓਵਰ ਰਿੰਗ ਹੈ। Since a subring S is a non-empty subset of the ring R, clear, ਆਪਾਂ ਨੂੰ ਪਤਾ ਹੈ non-empty subset ਹੈ। So some of the properties of R are automatically inherited in S, means ਕੁਛ ਜਿਹੜੀਆਂ R ਦੀਆਂ ਪ੍ਰੋਪਰਟੀਜ਼ ਆ ਉਹ ਆਪਣੇ ਆਪ ਹੀ S ਦੇ ਵਿੱਚ ਚਲੀਆਂ ਜਾਂਦੀਆਂ ਕਿਉਂਕਿ ਨੋਨ ਐਮਟੀ ਸਬਸੈਟ ਹੈ, ਕਲੀਅਰ। ਜਿਵੇਂ ਕਿ ਕਿਹੜੀਆਂ ਪ੍ਰੋਪਰਟੀ, ਐਸੋਸੀਏਟਿਵ ਪ੍ਰੋਪਰਟੀ ਅਤੇ ਡਿਸਟਰੀਬਿਊਟਿਵ ਪ੍ਰੋਪਰਟੀ ਆਫ R ਆਲਸੋ ਹੋਲਡ ਇਨ S, ਕਲੀਅਰ। ਇਹ ਧਿਆਨ 'ਚ ਰੱਖਣਾ ਬੇਟਾ। ਜਿਹੜੀਆਂ ਐਸੋਸੀਏਟਿਵ ਪ੍ਰੋਪਰਟੀਜ਼ ਹੈ ਅਤੇ ਡਿਸਟਰੀਬਿਊਟਿਵ ਪ੍ਰੋਪਰਟੀ ਹੈ ਇਹ R ਦੀਆਂ ਆਟੋਮੈਟਿਕਲੀ ਜਿਹੜੀਆਂ ਹੈ ਇਸ ਸੈੱਟ ਦੇ ਵਿੱਚ ਚਲੇ ਜਾਂਦੀਆਂ। ਨੈਕਸਟ ਆਪਾਂ ਥਿਓਰਮ ਪ੍ਰੂਵ ਕਰਾਂਗੇ ਕਿ ਲੈਟ R ਬੀ ਏ ਰਿੰਗ, S be a non-empty subset of R, a necessary and sufficient condition that S is a subring of R, ठीक है। ਆਪਾਂ ਨੇ ਕੀ ਕਰਨਾ ਹੈਗਾ ਕਿ R ਸਬਸੈਟ ਗਿਵਨ ਆਪਾਂ ਨੂੰ R ਰਿੰਗ ਗਿਵਨ ਹੈ, S ਇਹਦਾ ਨੋਨ ਐਮਟੀ ਸਬਸੈਟ ਹੈ। ਆਪਾਂ ਨੇ ਨੈਸੈਸਰੀ ਅਤੇ ਸਫੀਸ਼ੀਐਂਟ ਕੰਡੀਸ਼ਨ ਪ੍ਰੂਵ ਕਰਨੀ ਹੈ ਕਿ S ਆਪਣੇ ਕੋਲ ਕਦੋਂ ਸਬਰਿੰਗ ਹੋਏਗਾ R ਦਾ, if for every AB belongs to S, A minus B ਤੇ AB belongs to S ਹੋਇਆ। ਮੀਨਸ ਸਾਰੀਆਂ ਪ੍ਰੋਪਰਟੀਜ਼ ਸ਼ੋ ਕਰਨ ਦੀ ਬਜਾਏ ਜੇ ਆਪਾਂ ਦੋ ਪ੍ਰੋਪਰਟੀਜ਼ ਹੀ ਸ਼ੋ ਕਰ ਦਈਏ ਤਾਂ ਆਪਣੇ ਕੋਲ ਇਹ ਸਬਰਿੰਗ ਪ੍ਰੂਵ ਹੋ ਜਾਇਆ ਕਰੇਗਾ, ਓਕੇ। ਇੱਥੇ ਆਪਾਂ ਇਹ ਸ਼ੋ ਕਰ ਦੇਵਾਂਗੇ ਕਿ ਜੇ ਦੋਨੋਂ ਹੋਲਡ ਕਰਦੇ S ਦੇ ਵਿੱਚ ਦੈਨ S ਇਜ਼ ਦਾ ਸਬਰਿੰਗ ਆਫ R। ਜੇ S ਸਬਰਿੰਗ ਹੈ ਅਤੇ ਪ੍ਰੋਪਰਟੀਜ਼ ਆਟੋਮੈਟਿਕਲੀ ਹੋਲਡ ਕਰਦੀਆਂ, ਕੋਈ ਡਾਊਟ ਹੀ ਨਹੀਂ ਹੈਗਾ। ਫਸਟਲੀ ਆਪਾਂ ਲੈ ਲਿਆ ਕਿ ਐਸ ਕੇ ਸਬਰਿੰਗ ਆਫ ਆਰ ਹੈ, ਦੇਅਰਫੋਰ ਜੇ ਸਬਰਿੰਗ ਹੈ ਅਤੇ ਸਬਰਿੰਗ ਹੈ ਇਹ ਆਪਣੇ ਕੋਲ ਤਾਂ ਦਿਸ ਇਜ਼ ਆਲਸੋ ਐਨ ਐਸ ਇਜ਼, ਕਿਉਂਕਿ ਐਸ ਅੰਡਰ ਐਡੀਸ਼ਨ ਅਬੀਲੀਅਨ ਸਬ ਗਰੁੱਪ ਆਫ ਆਰ ਹੋਏਗਾ ਹੀ ਹੋਏਗਾ, ਠੀਕ ਹੈ। ਅਬੀਲੀਅਨ ਸਬ ਗਰੁੱਪ ਹੈ ਤਾਂ A ਮਾਈਨਸ B S ਨੂੰ ਬਿਲੋਂਗਸ ਟੂ ਕਰੇਗਾ ਫॉर ऑल AB ਬਿਲੋਂਗਸ ਟੂ S। ਆਲਸੋ ਐਸ ਕੇ ਸਬਰਿੰਗ ਆਫ ਆਰ ਹੈ ਤਾਂ AB ਅੰਡਰ ਮਲਟੀਪਲੀਕੇਸ਼ਨ ਇਹ ਹੋਲਡ ਕਰੇਗੀ ਪ੍ਰੋਪਰਟੀ AB ਬਿਲੋਂਗਸ ਟੂ S ਹੋਏਗਾ। ਦੋਨੋਂ ਪ੍ਰੋਪਰਟੀਜ਼ ਹੋਲਡ ਕਰਦੀਆਂ, ਦੇਅਰਫੋਰ ਦਿਸ ਇਜ਼ ਦਾ ਜੇ ਸਬਰਿੰਗ ਹੈ ਤਾਂ ਇਹ ਪ੍ਰੋਪਰਟੀਜ਼ ਇਹਦੇ ਵਿੱਚ ਹੋਲਡ ਕਰਨਗੀਆਂ ਹੀ ਕਰਨਗੀਆਂ। ਉਸ ਤੋਂ ਜੇ ਪ੍ਰੋਪਰਟੀਜ਼ ਹੋਲਡ ਕਰਦੀਆਂ ਵਾਲੀਆਂ ਮੀਨਸ ਫॉर ਐਨੀ AB ਬਿਲੋਂਗਸ ਟੂ S, A ਮਾਈਨਸ B ਬਿਲੋਂਗਸ ਟੂ S ਐਂਡ AB ਬਿਲੋਂਗਸ ਟੂ S ਤਾਂ ਆਪਾਂ ਇਹਨੂੰ ਸਬਰਿੰਗ ਸ਼ੋ ਕਰਨਾ। ਤਾਂ ਇਹ ਚੀਜ਼ ਆਪਾਂ ਨੂੰ ਪਤਾ ਹੀ ਹੈ ਅਬੀਲੀਅਨ ਸਬ ਗਰੁੱਪ ਹੁੰਦੇ, ਆਪਾਂ ਉੱਪਰ ਕਰਕੇ ਹੀ ਆਏ ਹੈਗੇ ਐਸੇ, ਕਿਉਂਕਿ ਜੇ ਸਬਸੈਟ ਹੈ R ਦਾ ਤਾਂ ਇਹ ਅਬੀਲੀਅਨ ਸਬ ਗਰੁੱਪ ਆਫ R ਹੋਏਗਾ। ਮੀਨਸ A ਪਲਸ B ਇਜ਼ ਇਕੁਅਲ ਟੂ B ਪਲਸ A ਅੰਡਰ ਐਡੀਸ਼ਨ, ਕਲੀਅਰ, ਫॉर ऑल AB, ਕਿਉਂਕਿ ਇਹ ਅਬੀਲੀਅਨ ਸਬ ਗਰੁੱਪ ਆਫ R। AB ਕਿਉਂਕਿ AB ਦੇ ਐਲੀਮੈਂਟ ਜੇ ਆਪਾਂ S ਦੇ ਲੈ ਰਹੇ ਹੈਗੇ ਤਾਂ ਉਹ R ਦੇ ਵੀ ਹੋਣਗੇ, A ਪਲਸ B B ਪਲਸ A ਇਹਨੂੰ ਹੋਲਡ ਕਰਦਾ ਤਾਂ ਇਹ ਅਬੀਲੀਅਨ ਸਬ ਗਰੁੱਪ ਬਣ ਜਾਏਗਾ। ਮਲਟੀਪਲੀਕੇਟਿਵ ਦਾ ਮਲਟੀਪਲੀਕੇਟਿਵ ਐਸੋਸੀਏਟਿਵ ਅਤੇ ਡਿਸਟਰੀਬਿਊਟਿਵ ਪ੍ਰੋਪਰਟੀਜ਼ ਆਟੋਮੈਟਿਕਲੀ ਹੋਲਡ ਕਰਦੇ, ਇਹ ਆਪਾਂ ਉੱਪਰ ਕਿਹਾ ਹੀ ਸੀ। ਦੇਅਰਫੋਰ S ਕੀ ਬਣ ਜਾਏਗਾ ਆਪਣੇ ਕੋਲ, ਇਹ ਰਿੰਗ ਇਟ ਸੈਲਫ ਬਣ ਜਾਏਗਾ, ਦੇਅਰਫੋਰ S ਇਜ਼ ਦਾ ਸਬਰਿੰਗ ਆਫ R। ਇਹ ਚੀਜ਼ ਆਪਾਂ ਨੇ ਸ਼ੋ ਕਰਨੀ ਸੀ। ਨੈਕਸਟ ਕੀ ਕੁਛ ਐਗਜ਼ਾਮਪਲਸ ਲਿਖੀਆਂ ਹੋਈਆਂ ਬੇਟਾ, ਜਿਵੇਂ ਕਿ Z ਇਜ਼ ਦਾ ਸਬਰਿੰਗ ਆਫ Q ਹੁੰਦਾ ਹੀ ਸੈਟ ਆਫ ਇੰਟੀਜ਼ਰ ਜਿਹੜਾ ਹੁੰਦਾ ਰੈਸ਼ਨਲ ਨੰਬਰ ਦਾ ਸਬਰਿੰਗ। NZ ਜਿਹੜਾ ਹੁੰਦਾ ਇਜ਼ ਅ ਸਬਰਿੰਗ ਆਫ Z ਹੋਏਗਾ ਵੈਨ ਸਿਰਫ ਇੱਕੋ ਹੀ ਕੰਡੀਸ਼ਨ ਹੈ ਕਿ N ਦੀ ਵੈਲਿਊ 1 ਜਾਂ -1 ਨਹੀਂ ਹੋਣੀ ਚਾਹੀਦੀ, ਕਲੀਅਰ। ਜੇ NZ 1 ਅਤੇ -1 ਨੂੰ ਛੱਡ ਕੇ ਬਾਕੀ ਸਾਰੇ ਐਲੀਮੈਂਟਸ ਵਾਸਤੇ NZ ਜਿਹੜਾ ਉਹ ਸਬਰਿੰਗ ਆਫ Z ਹੋਏਗਾ। ਅੰਡਰ ਮੈਟ੍ਰਿਸਿਸ ਜੇ ਆਪਾਂ ਗੱਲ ਕਰੀਏ ਤਾਂ A00 ਜਿਹੜਾ ਹੈਗਾ ਸਬਰਿੰਗ ਆਫ R2 AB00 ਹੋਏਗਾ, ਕਲੀਅਰ ਹੀ ਹੈ ਇਹ। ਐਂਡ ਆਲਸੋ Z ਇੰਟੂ 0 ਵੀ ਇਹਦੇ ਐਲੀਮੈਂਟਸ ਕੀ ਹੋਣਗੇ, ਕ੍ਰੋਸ ਪ੍ਰੋਡਕਟ Z with 0 A0 is a subring of Z into Z ਰਹਿਣਾ AB belongs to Z, clear ਬੇਟਾ। ਇਹ ਸਬਰਿੰਗਸ ਦੀਆਂ ਐਗਜ਼ਾਮਪਲਸ ਹੈ। ਇਟ ਮੇ ਹੈਪਨ
नेक्स्ट जो है, इट मे हैपन दैट ए रिंग विद आइडेंटिटी हैज़ ए सब रिंग विदाउट एन आइडेंटिटी। ਇੱਦਾਂ ਹੋ ਸਕਦਾ ਹੈ ਕਿ ਕੋਈ ਵੀ ਰਿੰਗ ਜਿਹਦੀ ਆਇਡੈਂਟੀਟੀ ਹੈ ਉਹਦਾ ਇੱਕ ਸਬ ਰਿੰਗ ਹੋਵੇ ਵਿਦਾਊਟ ਐਨ ਆਇਡੈਂਟੀਟੀ। ਮੀਨਸ ਰਿੰਗ ਦੀ ਤਾਂ ਆਇਡੈਂਟੀਟੀ ਹੋਏਗੀ ਬਟ ਜ਼ਰੂਰੀ ਨਹੀਂ ਹੈਗਾ ਕਿ ਸਬ ਰਿੰਗ ਦੀ ਵੀ ਆਇਡੈਂਟੀਟੀ ਆਪਣੇ ਕੋਲੇ ਹੋਵੇ। ਕਲੀਅਰ। ਇਟ ਮੇ ਹੈਪਨ ਅ ਰਿੰਗ ਵਿਦ ਆਇਡੈਂਟੀਟੀ ਹੈਜ਼ ਸਬ ਰਿੰਗ, ਉਹਦਾ ਇੱਕ ਅਜਿਹਾ ਸਬ ਰਿੰਗ ਹੋਵੇ ਜਿਹਦੀ ਕੋਈ ਆਇਡੈਂਟੀਟੀ ਨਹੀਂ ਹੈਗੀ। ਆਲਸੋ ਇਟ ਇਜ਼ ਨੈਸੈਸਰੀ ਦੈਟ if a subring S of ring R has an identity, then it is identity 1, then it is the identity of R। clear। मतलब ਇਹ ਵੀ ਕੋਈ ਜ਼ਰੂਰੀ ਨਹੀਂ ਹੈਗਾ ਕਿ ਇਟ ਇਜ਼ ਨੋਟ ਨੈਸੈਸਰੀ ਕਿ ਜੇ ਆਪਣੇ ਕੋਲੇ S ਦੀ ਆਇਡੈਂਟੀਟੀ 1 ਹੈ, ठीक है, एस सब रिंग एस ऑफ ए रिंग आर हैज़ एन आइडेंटिटी 1, दैन इट इज़ द आइडेंटिटी ऑफ आर, तो रिंग की भी आइडेंटिटी होवे। क्लीयर। मीनस दोनों की आइडेंटिटी सेम होना भी जरूरी नहीं हैगा, तो ये भी जरूरी नहीं कि जे आर की आइडेंटिटी है तो एस की भी आइडेंटिटी होएगी ही होएगी, सब रिंग की भी। एग्जाम्पल है अपने कोले जिमें कि उपर अपने को देखो जैड तो क्यों, देखो दोनों जैड सब रिंग है क्यों दा, तो दोनों की आइडेंटिटी सेम है 1, हैज़ द सेम आइडेंटिटी 1। मीनस जरूरी नहीं हैगा, हो सकता सेम होवे हो सकता ना होवे, ये जरूरी नहीं हैगा कि सेम ही होएगी, ये चीज़ तुहानू कहना चाहुंदी है। हुण जिवें इहदे विच दोनों की आइडेंटिटी सेम है 1। सैकेंड पार्ट च रिंग की आइडेंटिटी 1 है, सब रिंग की आइडेंटिटी 1 नहीं है, क्योंकि आप लैके चले एन की वैल्यू 1 या -1 नहीं होनी चाहिए। जो 1 या -1 नहीं होगी तो एन जेड की आइडेंटिटी 1 नहीं होएगी, जबकि रिंग दे विच अपने को कोई प्रॉब्लम नहीं, 1 की आइडेंटिटी है, मीनस दोनों की आइडेंटिटी सेम नहीं है। थर्ड पार्ट जिहड़ा हैगा R1 ते R2, हुण इहदे विच तुसीं देखो रिंग की कोई आइडेंटिटी नहीं, जबकि सब रिंग की आइडेंटिटी अपने को 1 0 0 निकलेगी। क्लीयर। आलसो ये भी आप कह सकते हैं रिंग तो सब रिंग दोनों की आइडेंटिटी है डिफरेंट हैगी। क्लीयर। जबकि रिंग की आइडेंटिटी अपने को बनेगी 1 1, तो यदि सब रिंग की आइडेंटिटी बनेगी 1 0। क्लीयर बेटा। इस तरह जरा है अपने को जिहड़ियां आइडेंटिटीज़ है रिंग तो सब रिंग दियां वो डिफरेंट हो सकदी हैगियां। नैक्सट थ्योरम अपने intersection of a family of subrings of a ring R is a subring of R। ये मीनस जो आप सबरिंग्स की इंटरसैक्शन लैने हैं तो वो भी सबरिंग होंदी हैगी आर दे विच, ये चीज़ आपने शो करनी है। तो आर अपने को रिंग है S1 S2 S3 सोन SN आपने ये सबरिंग सपोज कर ले। जे ये सबरिंग्स है ये तो आप इंटरसैक्शन ऑफ SI यानी कि इन्होंने सारे सबरिंग्स की इंटरसैक्शन लगती SI वेयर I इज इक्वल टू 1 1 इज आलसो सबसैट ऑफ R, क्योंकि जे ये सबरिंग्स है सबसैट्स हो गए तो इन्हों की इंटरसैक्शन भी R की सबसैट होएगी। क्लीयर। हुण आपां इहनूं की करना सबरिंग शो करना है। सबरिंग शो करने वास्ते सब तो पहले आप नॉन एम्प्टी शो करांगे ना, हरेक सबरिंग दे विच 0 बिलोंग्स टू कर रहा है तो इंटरसैक्शन भी बिलोंग्स टू करेगा। देयरफॉर इंटरसैक्शन इज नॉन एम्प्टी सबसैट ऑफ R। सबरिंग शो करने वास्ते आप इंटरसैक्शन के 2 एलीमेंट्स लेते एक्स वाई। क्लीयर। जे एक्स वाई इंटरसैक्शन के एलीमेंट्स है तो मीनस एक्स वाई बिलोंग्स टू ईच SI नूं जाएगा। क्लीयर। ईच SI नूं गया तो हर एक SI की अपने को सबरिंग है, ये चीज़ आप गिवन है। SI इज ए सबरिंग, जे SI सबरिंग है तो X माइनस वाई तो एक्स वाई प्रॉपर्टी जिहड़ी है इनू बिलोंग्स टू करनगे सबरिंग नूं अकॉर्डिंग टू फर्स्ट थ्योरम। जे हरेक SI नूं ये जा रहा है तो इन्हां दी इंटरसैक्शन नूं भी जाएगा, इंटरसैक्शन नूं गया तो मीनस इंटरसैक्शन इज द सबरिंग ऑफ R। क्लीयर बेटा। नैक्सट जी लिखिया कि जे सारे दी इंटरसैक्शन सबरिंग है तो 2 की भी सबरिंग होएगी। आलसो इंटरसैक्शन इज कॉल्ड द लार्जेस्ट सबरिंग। इंटरसैक्शन जी होंगी हैगी सबरिंग्स की वो की होंगे सब तो बड़ा सबरिंग होंगे कंटेनड इन ईच SI। क्लीयर। उस तो बाद नैक्सट जी है यूनीअन ऑफ 2 सबरिंग्स नीड नॉट बी ए सबरिंग। हुण
ਇੰਟਰਸੈਕਸ਼ਨ ਤਾਂ ਸਬ ਰਿੰਗ ਹੁੰਦੀ ਹੈ, ਪਰ ਯੂਨੀਅਨ ਜਿਹੜੀ ਹੁੰਦੀ ਹੈਗੀ ਉਹ ਜ਼ਰੂਰੀ ਨਹੀਂ ਹੈਗੀ ਸਬ ਰਿੰਗ ਹੋਏਗੀ ਹੀ ਹੋਏਗੀ। ਇਹਦੀ ਐਗਜ਼ਾਮਪਲ ਦਿੱਤੀ ਹੋਈ ਹੈ। ਆਪਾਂ ਨੇ ਸਪੋਜ਼ ਕਰ ਲਿਆ 2Z ਅਤੇ 3Z ਆਰ ਦਾ ਸਬ ਰਿੰਗਸ ਆਫ ਰਿੰਗ Z। ਇਹ ਆਪਾਂ ਪਿੱਛੇ ਵੀ ਦੱਸਿਆ ਸੀਗਾ NZ ਜਿਹੜਾ ਹੁੰਦਾ ਹੈਗਾ ਸਬ ਰਿੰਗ ਹੁੰਦਾ Z ਦਾ, ਤਾਂ N ਦੀ ਵੈਲਿਊ ਆਪਾਂ ਨੇ 2 ਅਤੇ 3 ਲੈ ਲਈ। ਤਾਂ ਜਦੋਂ ਇਹਨਾਂ ਦੀ ਯੂਨੀਅਨ ਲਿਖਾਂਗੇ 2Z ਅਤੇ 3Z ਦੀ ਯੂਨੀਅਨ 'ਚ ਕਿਸ ਤਰ੍ਹਾਂ ਦੇ ਐਲੀਮੈਂਟ -9 -6 -4, ਠੀਕ ਹੈ। ਇਹ ਸਾਰੇ ਜਿਹੜੇ ਐਲੀਮੈਂਟਸ ਹੈ ਇਹ ਯੂਨੀਅਨ ਦੇ ਆ ਗਏ ਨਾ। ਹੁਣ ਤੁਸੀਂ ਦੇਖੋ 2 ਅਤੇ 3 ਜਿਹੜੇ ਹੈਗੇ 2 ਐਂਡ 3 ਦੋਨੋਂ ਯੂਨੀਅਨ ਦੇ ਐਲੀਮੈਂਟ ਹੈ, ਪਰ ਅੰਡਰ ਐਡੀਸ਼ਨ ਜਦੋਂ ਆਪਾਂ ਕੀਤਾ 2 + 3 = 5 ਆ ਗਿਆ। 5 ਡਜ਼ ਨੋਟ ਬਿਲੋਂਗਸ ਟੂ ਦਿਸ ਯੂਨੀਅਨ। ਕਲੀਅਰ, 5 ਇਹਦਾ ਐਲੀਮੈਂਟ ਨਹੀਂ ਹੈਗਾ ਗਾ, ਤਾਂ ਮੀਨਸ ਅੰਡਰ ਐਡੀਸ਼ਨ ਜਿਹੜੀ ਪ੍ਰੋਪਰਟੀ ਹੋਲਡ ਨਹੀਂ ਕਰ ਰਹੀ ਹੈ। ਆਪਾਂ ਇੱਕ ਵੀ ਸ਼ੋ ਕਰ ਦਿੱਤੀ, ਮੀਨਸ ਇਟ ਇਜ਼ ਨੋਟ ਅ ਸਬ ਰਿੰਗ ਆਫ Z। Similarly, sum of two subrings of a ring are need not be a subring। ਦੋ ਸਬਰਿੰਗਸ ਦਾ ਜਿਹੜਾ ਸਮ ਹੁੰਦਾ ਉਹ ਵੀ ਜ਼ਰੂਰੀ ਨਹੀਂ ਹੈਗਾ ਸਬਰਿੰਗ ਹੀ ਹੋਏਗਾ। ਐਗਜ਼ਾਮਪਲ ਲਿਖੀ ਹੋਈ ਬੇਟਾ ਰੀਡ ਕਰ ਲਿਓ, ਸੇਮ ਉੱਪਰ ਤਰ੍ਹਾਂ ਤੁਹਾਨੂੰ ਸਮਝ ਆਏਗੀ। ਇਹ ਮੈਟ੍ਰਿਸਿਸ 'ਚ ਸ਼ੋ ਕੀਤੀ ਹੋਈ ਹੈ। ਨੈਕਸਟ ਥਿਊਰਮ ਆਪਣੇ ਕੋਲ ਹੈਗੀ ਹੈ ਕਿ ਜੇ R1 R2 ਵੀ ਟੂ ਸਬਰਿੰਗਸ ਹੈ ਐਂਡ S1 ਐਂਡ S2 ਵੀ ਟੂ ਸਬਰਿੰਗਸ ਆਫ R1 ਐਂਡ R2 ਹੈ ਰਿਸਪੈਕਟਿਵਲੀ, ਤਾਂ ਆਪਾਂ ਸ਼ੋ ਕਰਨਾ ਕ੍ਰੋਸ ਪ੍ਰੋਡਕਟ ਇਜ਼ ਆਲਸੋ ਸਬਰਿੰਗ ਆਫ R1 ਰਿੰਗ R1 क्रॉस R2। ਉਹਦੇ ਵਾਸਤੇ ਸੇਮ ਬੇਟਾ ਆਪਾਂ ਸ਼ੋ ਕਰਾਂਗੇ। ਪਹਿਲਾਂ ਤਾਂ ਕ੍ਰੋਸ ਪ੍ਰੋਡਕਟ ਦਾ ਐਲੀਮੈਂਟ ਲੈ ਲਈ A B, where A belongs to S1 and B belongs to S2। ਸੋ ਫਸਟਲੀ ਆਪਾਂ ਸ਼ੋ ਕਰਦੇ ਹਾਂ ਦਿਸ ਇਜ਼ ਦਾ ਨੋਨ ਐਮਟੀ ਸਬਸੈਟ ਆਫ ਰਿੰਗ, ਠੀਕ ਹੈ। 0 ਵੀ S1 'ਚ 0 S2 'ਚ ਵੀ ਹੈ, ਤਾਂ 0 0 S1 क्रॉस S2 ਦੇਣਗੇ, ਮੀਨਸ ਨੋਟ ਇਕੁਅਲ ਟੂ 5 ਹੈ ਇਹ। ਉਸ ਤੋਂ ਬਾਅਦ ਦੋ ਐਲੀਮੈਂਟਸ ਲੱਤੇ ਆਪਾਂ ਨੇ X ਅਤੇ Y, A1 B1 A2 B2, ਵੇਅਰ A1 ਅਤੇ A2 S1 ਦੇ ਐਲੀਮੈਂਟ ਹੈ, B1 ਅਤੇ B2 S2 ਦੇ ਐਲੀਮੈਂਟਸ ਹੈ। ਉਸ ਤੋਂ ਆਪਣੇ ਦੋਨੋਂ ਪ੍ਰੋਪਰਟੀਜ਼ X - Y ਅਤੇ XY, ਇਹਨੂੰ ਲਿਖ ਲਓ ਬੇਟਾ। ਇਹ ਵੀ S1 क्रॉस S2 ਨੂੰ ਬਿਲੋਂਗਸ ਟੂ ਕਰਨਗੀਆਂ, ਦੇਅਰਫੋਰ ਦਿਸ ਇਜ਼ ਅ ਸਬ ਰਿੰਗ। ਨੈਕਸਟ ਆਪਣੇ ਕੋਲ ਡੈਫੀਨੇਸ਼ਨ ਹੈਗੀ X be a subset of a ring R। ਕਲੀਅਰ, ਜੇ X ਕੀ ਹੈ ਰਿੰਗ R ਦਾ ਸਬਸੈਟ ਹੈ, then the smallest subring of R containing X, ਤਾਂ ਸਭ ਤੋਂ ਛੋਟਾ ਸਬਰਿੰਗ ਜਿਹੜਾ ਕਿ X ਨੂੰ ਕੰਟੇਨ ਕਰਦਾ ਇਸ ਕੋਲ ਦਾ ਸਬਰਿੰਗ ਜਨਰੇਟਡ ਬਾਏ X। ਉਹਨੂੰ ਆਪਾਂ ਕੀ ਕਹਾਂਗੇ, ਇੱਕ ਅਜਿਹਾ ਸਬਰਿੰਗ ਜਿਹਨੂੰ ਕੌਣ ਜਨਰੇਟ ਕਰ ਰਿਹਾ, X ਜਨਰੇਟ ਕਰ ਰਹੇ ਹੈਗੇ। ਕਲੀਅਰ, ਮੀਨਸ X ਕੀ ਹੈ ਐਨੀ ਸਬਸੈਟ ਆਫ R ਹੈਗਾ, ਅਤੇ ਉਹ ਕਿਸੇ ਸਬਰਿੰਗ ਦੇ ਵਿੱਚ ਜੇ ਕੰਟੇਨ ਕਰ ਰਿਹਾ ਹੈਗਾ, ਠੀਕ ਹੈ, ਸਮੋਲੈਸਟ ਸਬਰਿੰਗ ਦੇ ਵਿੱਚ ਕੰਟੇਨ ਕਰ ਰਿਹਾ, ਤਾਂ ਆਪਾਂ ਕੀ ਕਹਾਂਗੇ ਉਹ ਸਬਰਿੰਗ X ਨਾਲ ਜਨਰੇਟ ਹੋ ਰਿਹਾ ਹੈਗਾ। ਕਲੀਅਰ, ਜਨਰੇਟ ਦੀ ਡੈਫੀਨੇਸ਼ਨ ਤੁਹਾਨੂੰ ਪਹਿਲਾਂ ਕਰਵਾਈ ਹੋਈ ਹੈ ਬੇਟਾ। ਹੁਣ ਆਪਾਂ ਇਹ ਚੀਜ਼ ਲੈ ਕੇ ਚੱਲੇ ਸੀ ਕਿ ਜਿਹੜਾ ਇੰਟਰਸੈਕਸ਼ਨ ਹੁੰਦਾ, ਤੁਹਾਨੂੰ ਦੱਸਿਆ ਸੀ ਨਾ ਲਾਰਜੈਸਟ ਸਬਰਿੰਗ ਹੁੰਦਾ ਹੈਗਾ। ਇੰਟਰਸੈਕਸ਼ਨ ਆਫ ਏ ਸਬਰਿੰਗ ਇਜ਼ ਏ ਸਬਰਿੰਗ ਹੁੰਦਾ ਹੈਗਾ। ਇਟ ਇਜ਼ ਕਲੀਅਰ ਦੈਟ ਦਾ ਸਬਰਿੰਗ ਜਿਹੜਾ ਹੈਗਾ, ਇੱਥੋਂ ਆਪਾਂ ਕੀ ਕਹਿ ਸਕਦੇ ਹੈਗੇ, ਜਿਹੜਾ ਇੰਟਰਸੈਕਸ਼ਨ ਹੈ ਇਟ ਇਜ਼ ਦਾ ਕਲੀਅਰ ਦੈਟ ਸਬਰਿੰਗ ਜਨਰੇਟਡ ਬਾਏ ਏ ਸਬਸੈਟ X ਆਫ R। ਜਿਹੜਾ ਸਬਰਿੰਗ ਹੋਏਗਾ ਉਹ ਕਿਸ ਤੋਂ ਜਨਰੇਟ ਕਰਦਾ, ਸਬਸੈਟ ਆਫ X R ਦੇ ਕਿਸੇ ਸਬਸੈਟ ਤੋਂ। ਵਿਲ ਬੀ ਦਾ ਇੰਟਰਸੈਕਸ਼ਨ ਆਫ ਆਲ ਸਬਰਿੰਗਸ ਆਫ R, ਫਿਰ ਉਹ ਇੰਟਰਸੈਕਸ਼ਨ 'ਚ ਵੀ ਚਲਾ ਜਾਏਗਾ, ਠੀਕ ਹੈ। ਜੇ ਆਪਣੇ ਕੋਲ ਕੋਈ ਇੱਕ ਅਜਿਹਾ ਜੇ ਸਾਰੇ ਇਹ ਜਿਹੜੇ ਹੈਗੇ ਆ R ਨੂੰ ਜਨਰੇਟ ਕਰ ਰਿਹਾ, ਤਾਂ ਉਹ ਇੰਟਰਸੈਕਸ਼ਨ ਨੂੰ ਵੀ ਜਨਰੇਟ ਕਰੇਗਾ। ਆਲਸੋ ਜਨਰੇਟਰ ਇਜ਼ ਨੋਟ ਇਕੁਅਲ ਟੂ 5, ਤਾਂ ਜਨਰੇਟਰ ਦੀ ਵੈਲਿਊ 0 ਹੋ ਜਾਏਗੀ। ਨੈਕਸਟ ਡੈਫੀਨੇਸ਼ਨ ਹੈਗੀ ਹੈ ਜੇ R ਆਪਣੇ ਕੋਲ ਰਿੰਗ ਹੈ ਤਾਂ ਸੈਂਟਰ ਆਫ ਰਿੰਗ, ਆਪਣੇ ਕੋਲ ਸੈਂਟਰ ਆਫ ਹੀ ਮੇਨ ਡੈਫੀਨੇਸ਼ਨ ਹੈ ਬੇਟਾ ਤੁਹਾਡੀ। ਸੈਂਟਰ ਆਫ ਰਿੰਗ, ਸੈਂਟਰ ਆਫ ਰਿੰਗ ਆਪਾਂ ਕਿਵੇਂ ਪਤਾ ਕਰਾਂਗੇ, ਸੈਂਟਰ ਆਫ ਰਿੰਗ ਇਜ਼ ਅ ਕਲੈਕਸ਼ਨ ਆਫ ਆਲ ਐਲੀਮੈਂਟਸ ਆਫ R ਦੇ ਉਸ ਐਲੀਮੈਂਟ ਨੂੰ ਆਪਾਂ ਸੈਂਟਰ ਆਫ ਰਿੰਗ ਕਹਾਂਗੇ ਇਫ ਜਿਹੜਾ ਕੀ ਹੈਗਾ R ਦੇ ਬਾਕੀ ਸਾਰੇ ਐਲੀਮੈਂਟਸ ਦੇ ਨਾਲ ਆਹ ਵਾਲੀ ਪ੍ਰੋਪਰਟੀ ਹੋਲਡ ਕਰਦਾ, ਠੀਕ ਹੈ। ਬਿਲੀਅਨ ਅੰਡਰ ਮਲਟੀਪਲੀਕੇਸ਼ਨ XA is equal to AX for all X belongs to R ਦੇ ਸਾਰੇ ਐਲੀਮੈਂਟਸ ਦੇ ਨਾਲ ਜਿਹੜਾ ਐਲੀਮੈਂਟ ਆਹ ਵਾਲੀ ਪ੍ਰੋਪਰਟੀ ਹੋਲਡ ਕਰਦਾ ਉਸ ਐਲੀਮੈਂਟ ਨੂੰ ਆਪਾਂ ਕੀ ਕਹਾਂਗੇ, ਸੈਂਟਰ ਆਫ ਦਾ ਰਿੰਗ R। ਕਲੀਅਰ ਬੇਟਾ,
एक्स मीनस कि रिंग के तुसी सारे एलीमेंट्स के नाल ए दी जी मल्टीप्लिकेशन है वो बिलियन होनी चाहिए। एक्स इज इक्वल टू ए एक्स होना चाहिए। जे प्रॉपर्टी होल्ड करता है एक एलीमेंट तो उस एलीमेंट को आप कहने हैं सेंटर ऑफ द रिंग आर। नैक्सट आपने शो करना है जो सेंटर ऑफ रिंग होंगे दैट इज़ द सब रिंग ऑफ आर। सब रिंग शो करने वास्ते बेटा रीड कर लो, ईजी है। वही दोनों प्रॉपर्टी आप पहला नॉन एम्प्टी ले लेता, फिर ये दो एलीमेंट्स लत्ते, दो एलीमेंट्स लवांगे ए बी, तो सेंटर के एलीमेंट्स है तो एक्स इज इक्वल टू ए एक्स हो जाएगा, एक्स बी इज इक्वल टू बी एक्स हो जाएगा। दोनों सबट्रैक्ट कर देता, ए माइनस बी एक्स इंटू ए माइनस बी इज इक्वल टू ए माइनस बी इंटू एक्स होल्ड कर रहे हैं तो इट मीन्स ए माइनस बी की हो गया सेंटर ऑफ द एलिमेंट हो गया। आल्सो दिस इज होल्ड, देयरफॉर यही की बन जाएगा अपने को सब रिंग बन जाएगा। ये चीज़ ध्यान च रखनी है कि आर कम्यूटेटिव रिंग, आर इज कम्यूटेटिव रिंग, आर नूं आपां कम्यूटेटिव रिंग कहांगे इफ एंड ओनली इफ सी आर इज इक्वल टू आर, मीन सेंटर ऑफ रिंग इज इक्वल टू रिंग हो जाए तो आप कह सकते हैं आर की कम्यूटेटिव रिंग है। जो आर कम्यूटेटिव रिंग है दैन वी से जो कम्यूटेटिव रिंग आपां नूं गिवन है आर इज अ कम्यूटेटिव रिंग दैन सेंटर ऑफ रिंग इज इक्वल टू रिंग हो जाएगा। सी आर इज अ कम्यूटेटिव सब रिंग ऑफ आर। आल्सो वी कैन से कि जो सेंटर ऑफ रिंग है वो की अपने को कम्यूटेटिव सब रिंग ऑफ आर है। ओके, नैक्सट थ्योरम हैगी है कि जे आर अपने को डिवीजन रिंग है दैन सेंटर रिंग ऑफ आर इज़ अ फील्ड। आप इनू की करना है फील्ड शो करना है। आर अपन डिवीजन रिंग गिवन है, उपर अपने ये चीज़ शो कर दी कि सी आर सेंटर ऑफ रिंग जो होंगे कम्यूटेटिव सब रिंग ऑफ आर होंगे ही होंगे। सेंटर ऑफ रिंग इज़ द कम्यूटेटिव सब रिंग ऑफ आर तो आर अपने को डिवीजन रिंग ऑलरेडी होंगे लास्ट चैप्टर च आप किया सीगा, तो मीनस यदि कि अपने को आर इज़ ए रिंग विद यूनिटी 1 होएगा। यूनिटी 1 है विद आर तो मीनस 1 इंटू एक्स इज इक्वल टू एक्स इंटू 1 फॉर ऑल एक्स बिलोंग्स टू आर। क्लीयर, जा वाली प्रॉपर्टी होल्ड करें दिस इज आल्सो फॉर सेंटर ऑफ रिंग तो मीनस 1 की एलीमेंट हो गया, सेंटर ऑफ रिंग का भी एलीमेंट हो गया। दस इन ऑर्डर टू शो दैट सेंटर ऑफ रिंग इज़ ए फील्ड, हम आप सेंटर ऑफ रिंग फील्ड शो करना है तो आप की कहांगे अपने सिर्फ यही चीज़ शो करनी है कि एवरी नॉन जीरो एलीमेंट ऑफ सी आर हैज़ द मल्टीप्लिकेटिव इनवर्स। आइडेंटिटी तो ये होल्ड कर दी है यूनिटी, यूनिटी तो ये आप शो कर दी। हुण आप शो करना है कि नॉन जीरो एलीमेंट जिन्ने भी है उन्होंने मल्टीप्लिकेटिव इनवर्स एग्जिस्ट करता है। लैट हुण एक्स अपने यदा नॉन जीरो एलीमेंट लत्ता सेंटर ऑफ रिंग का, तो सेंटर ऑफ रिंग सबसेट ऑफ आर है ही है तो मीनस एक्स आर का भी एलीमेंट होएगा। तो एक्स डिवीजन रिंग है तो एक्स इनवर्स इज आल्सो एलीमेंट ऑफ आर। तो वाई आप आर का एनी एलीमेंट चूज कर लिया सच दैट आर रिंग है तो वाई इनवर्स भी आर का एलीमेंट होएगा। तो आप कंसीडर करांगे एक्स इनवर्स वाई इज इक्वल टू इनू आप लिख सकते हैं वाई इनवर्स एक्स का इनवर्स एसोसिएटिव प्रॉपर्टी लगाई एक्स वाई इनवर्स लगा दिता, फिर इनवर्स में खोल दिता तो मीनस एक्स इनवर्स वाई इज इक्वल टू वाई एक्स इनवर्स आ गया। तो इतों आप शो कर सकते हैं कि एक्स इनवर्स कि कम्यूट कर रहा है विद एवरी नॉन जीरो एलीमेंट ऑफ आर, ये की कर रहा है कम्यूट कर रहा है। आल्सो वाली प्रॉपर्टी होल्ड कर दी क्योंकि जीरो नाल मल्टीप्लाई करांगे तो जीरो ही आएगा। सो ऑल एलीमेंट्स ऑफ जेड आर दे हरेक एलीमेंट वास्ते एक्स इनवर्स जोड़ा है एक्स इनवर्स जेड इज इक्वल टू जेड एक्स इनवर्स बन रहा है तो मीनस एक्स इनवर्स की एलीमेंट हो गया सी आर का। एक्स सी आर का एलीमेंट लैके चले सी तो वह इनवर्स जो सी आर च एग्जिस्ट करता है मीनस सी आर की बन गया अपने को डिवीजन रिंग बन गया, आल्सो द कम्यूटेटिव रिंग है तो सी आर अपने को की बन गया फील्ड। ये चीज़ अपने शो करनी सी बेटा। एग्जाम्पल्स तुसीं देख लियो, ईजी है, समझ आ जाएंगे तुहानूं। इस नाल फस्ट एक्सरसाइज 6 थोड़ी पूरी हो जाती है। नैक्सट आप अगले लैक्चर करते। थैंक यू बेटा।